ਲੋਕ ਲਾਜ ਭਗਤੀ ਦੇ ਰਾਸਤੇ ਦੀ ਬਹੁਤ ਵੱਡੀ ਰੁਕਾਵਟ ਆ। ਕੌਣ ਕੀ ਕਹਿੰਦਾ, ਕੋਈ ਹੱਸਦਾ ਤੁਹਾਡੇ ਤੇ ਜਾਂ ਤੁਹਾਡਾ ਮਜ਼ਾਕ ਉਡਾਉਂਦਾ ਜਾਂ ਤੁਹਾਡਾ ਵਿਰੋਧ ਕਰਦਾ, ਉਹਨਾਂ ਦੀ ਚਿੰਤਾ ਨਾ ਕਰੋ। ਤੁਸੀਂ ਆਪਣੇ ਰਾਸਤੇ ਚੱਲਦੇ ਰਹੋ। ਭਗਤੀ 'ਚ ਕਾਮਯਾਬ ਹੋ ਜਾਂਦੇ ਆ, ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਇਹ ਗੱਲਾਂ ਦਾ ਵੱਲ ਧਿਆਨ ਨਾ ਦਿਓ। ਤੁਸੀਂ ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਹੋ। ਮਨਮੁਖ ਲੋਕ ਜਾਂ ਬੇਗੁਰੇ ਲੋਕ ਹੀ ਇਦਾਂ ਦੀ ਗੱਲਾਂ ਕਰਦੇ ਨੇ, ਕਿਉਂਕਿ ਉਹਨਾਂ ਨੂੰ ਇਸ ਰਸਤੇ ਦਾ ਪਤਾ ਨਹੀਂ ਹੈਗਾ। ਅੱਜ ਦੁਨੀਆ ਦੇ ਵਿੱਚ ਕਈਆਂ ਨੂੰ ਰੱਬ ਵੀ ਯਾਦ ਨਹੀਂ ਹੈਗਾ। ਬਹੁਤ ਦੁਨੀਆ ਇਹੋ ਜਿਹੀ ਬੈਠੀ ਆ ਜਿਹਨੂੰ ਰੱਬ ਯਾਦ ਹੀ ਨਹੀਂ ਹੈਗਾ। ਜਿਨ੍ਹਾਂ ਨੂੰ ਕੋਈ ਥੋੜਾ ਬਹੁਤਾ ਯਾਦ ਆ, ਉਹ ਬਸ ਇਸ਼ਾਵਾਂ ਰੱਖ ਕੇ ਇੱਕ ਦੁਕਾਨਦਾਰੀ ਕਹਿ ਲਓ ਜਾਂ ਇੱਕ ਸੌਦੇਬਾਜ਼ੀ ਦੀ ਭਗਤੀ ਕਰਦੇ ਆ। ਪ੍ਰਭੂ ਨੂੰ ਫੁੱਲ ਚੜਾ ਤੇ ਮੇਰਾ ਆਹ ਕੰਮ ਕਰ ਦੂੰਗਾ, ਚੱਦ ਚੜਾਤੀ ਆਹ ਕੰਮ ਕਰ ਦੂੰਗਾ। ਇਹੋ ਜਿਹੇ ਲੋਕ, ਕਈ ਲੋਕ ਸੌਦੇਬਾਜ਼ੀ ਕਰਦੇ ਪਰਮਾਤਮਾ ਦਾ। ਇਹ ਵੀ ਤੁਹਾਡੇ, ਤੁਸੀਂ ਭਗਤੀ ਦੇ ਵਿੱਚ ਇਹ ਕਾਮਯਾਬ ਨਹੀਂ ਹੋ ਸਕਦੇ। ਭਗਤੀ ਦੇ ਵਿੱਚ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ, ਸਫਲ ਹੋਣਾ ਚਾਹੁੰਦੇ ਹੋ ਤਾਂ ਲੋਕਾਂ ਦੀ ਪਰਵਾਹ ਨਾ ਕਰੋ, ਦੁਨੀਆ ਦੀ ਪਰਵਾਹ ਨਾ ਕਰੋ। ਤੁਸੀਂ ਆਪਣੇ ਰਾਸਤੇ ਚੱਲਦੇ ਰਹੋ। ਹਾਥੀ ਸ਼ਹਿਰ ਦੇ ਵਿੱਚ ਆਂਦਾ ਜਾਂ ਮੁਹੱਲੇ ਦੇ ਵਿੱਚ ਆਂਦਾ, ਉਹ ਦੇਖੋ ਆਪਣੀ ਮਸਤ ਚਾਲ ਚੱਲਦਾ ਰਹਿੰਦਾ। ਨਾ ਉਹ ਸੱਜੇ ਦੇਖਦਾ, ਨਾ ਉਹ ਖੱਬੇ ਦੇਖਦਾ, ਉਹ ਚੱਲੀ ਜਾ ਰਿਹਾ। ਪਰ ਜਿਹੜੇ ਕੁੱਤੇ ਨੇ ਮੁਹੱਲੇ ਦੇ ਜਾਂ ਸ਼ਹਿਰਾਂ ਦੇ ਜਾਂ ਗਲੀ ਮੁਹੱਲੇ ਦੇ, ਜੋ ਵੀ ਕੁੱਤੇ ਨੇ, ਉਹ ਰੋਲਾ ਪਾਉਂਦੇ ਰਹਿੰਦੇ ਆ, ਭੌਂਕਦੇ ਰਹਿੰਦੇ ਆ, ਸ਼ੋਰ ਕਰੀ ਜਾਂਦੇ। ਪਰ ਉਹ ਹਾਥੀ ਮਸਤ ਹੋ ਕੇ ਚੱਲੀ ਜਾ ਰਿਹਾ, ਮਸਤੀ ਦੇ ਵਿੱਚ ਚੱਲੀ ਜਾ ਰਿਹਾ। ਉਹ ਕੁੱਤਿਆਂ ਦੀ ਪਰਵਾਹ ਨਹੀਂ ਕਰਦਾ। ਕੁੱਤੇ ਭੌਂਕਦੇ ਆ, ਉਹਨੂੰ ਕੋਈ ਮਤਲਬ ਨਹੀਂ ਹੈਗਾ। ਕੋਈ ਦੇਖ ਰਿਹਾ, ਉਹਨੂੰ ਕੋਈ ਮਤਲਬ ਨਹੀਂ ਹੈਗਾ। ਉਹ ਆਪਣੀ ਮਸਤ ਹੋ ਕੇ ਆਪਣੀ ਚਾਲ ਚੱਲੀ ਜਾ ਰਿਹਾ। ਇਸੇ ਤਰ੍ਹਾਂ ਤੁਸੀਂ ਵੀ ਭਗਤੀ ਕਰਦੇ ਹੋ, ਭਗਤੀ ਦੇ ਰਾਸਤੇ ਚੱਲਦੇ ਹੋ ਤਾਂ ਮਸਤ ਹੋ ਕੇ ਚੱਲੋ। ਫਿਰ ਤੁਸੀਂ ਆਪਣੀ ਮੰਜ਼ਿਲ ਤੱਕ ਪਹੁੰਚ ਜਾਓਗੇ। ਜੇ ਸੱਜੇ ਵੀ ਦੇਖੋਗੇ, ਖੱਬੇ ਵੀ ਦੇਖੋਗੇ, ਫਿਰ ਤੁਸੀਂ ਆਪਣੇ ਇਸ ਰਾਸਤੇ ਸਫਲ ਨਹੀਂ ਹੋ ਸਕਦੇ। ਮਨ ਦੇ ਵਿੱਚ ਇਹ ਖਿਆਲ ਛੱਡ ਦਿਓ। ਜੋ ਤੁਸੀਂ ਭਗਤੀ ਦੇ ਰਾਸਤੇ ਚੱਲਦੇ ਹੋ, ਪਰਮਾਤਮਾ ਦੇ ਰਾਸਤੇ ਚੱਲਦੇ ਹੋ, ਲੋਕਾਂ ਦਾ ਕੰਮ ਹੱਸਣਾ। ਦੁਨੀਆ ਹੱਸਦੀ ਆ, ਫਿਰ ਉਸ ਤੋਂ ਬਾਅਦ ਉਹਨਾਂ ਨੇ ਮਜ਼ਾਕ ਉਡਾਉਣਾ ਤੁਹਾਡਾ, ਤਰ੍ਹਾਂ ਤਰ੍ਹਾਂ ਦੀ ਗੱਲਾਂ ਕਰਨੀਆਂ। ਪਰਵਾਹ ਨਾ ਕਰੋ ਕਿਸੇ ਦੀ। ਫਿਰ ਇਹਨਾਂ ਲੋਕਾਂ ਨੇ ਤੁਹਾਡਾ ਵਿਰੋਧ ਕਰਨਾ। ਪਹਿਲਾਂ ਹੱਸਣਾ, ਦੂਜਾ ਇਹਨਾਂ ਨੇ ਤੁਹਾਡਾ ਮਜ਼ਾਕ ਉਡਾਉਣਾ, ਤੀਸਰਾ ਫਿਰ ਇਹਨਾਂ ਨੇ ਤੁਹਾਡਾ ਵਿਰੋਧ ਕਰਨਾ। ਜਦੋਂ ਫਿਰ ਵੀ ਇਹਨਾਂ ਦੀ ਗੱਲ ਨਹੀਂ ਬਣਦੀ, ਫਿਰ ਸਮਾਂ ਥੋੜੇ ਆਏ ਤੇ ਇਹੀ ਲੋਕ ਝੁਕ ਜਾਂਦੇ। ਫਿਰ ਹੁਣ ਅੱਗੇ ਫਿਰ ਇਹ ਕਬੂਲ ਕਰ ਲੈਂਦੇ। ਫਿਰ ਪਤਾ ਕੀ ਕਹੋਗੇ, ਮੈਨੂੰ ਪਤਾ ਸੀ ਇਹਨੇ ਭਗਤੀ ਕਰਕੇ ਇੱਦਾਂ ਬਣਨਾ, ਜਾਂ ਇਸ ਆਪਣੇ ਰਸਤੇ ਚੱਲ ਕੇ ਇਹਨੇ ਆਪਣੀ ਮੰਜ਼ਿਲ ਤੱਕ ਪਹੁੰਚ ਜਾਣਾ, ਸਾਨੂੰ ਪਤਾ ਸੀ। ਫਿਰ ਦੁਨੀਆ ਦੂਜੇ ਪਾਸੇ ਹੋ ਜਾਂਦੀ ਹੈ। ਤੇ ਇਸ ਕਰਕੇ ਤੁਸੀਂ ਘਬਰਾਉਣਾ ਨਹੀਂ ਹੈਗਾ, ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ। ਆਪਣੇ ਗੁਰੂ ਤੇ, ਆਪਣੇ ਪੀਰ ਤੇ, ਆਪਣੇ ਮੁਰਸ਼ਿਦ ਤੇ ਭਰੋਸਾ ਰੱਖ ਕੇ ਆਪਣੇ ਭਗਤੀ ਦੇ ਰਾਸਤੇ ਉੱਤੇ ਚੱਲਦੇ ਰਹੋ। ਫਿਰ ਤੁਸੀਂ ਸਫਲ ਹੋ ਜਾਓਗੇ। ਇਹਨਾਂ ਗੱਲਾਂ 'ਚ ਨਹੀਂ ਫਸਣਾ ਕਿ ਕੌਣ ਕੀ ਕਹਿ ਰਿਹਾ, ਉਹ ਗਾਲਾਂ ਕੱਢ ਰਿਹਾ, ਕੋਈ ਬੁਰਾ ਭਲਾ ਕਹਿ ਰਿਹਾ। ਕਰਨ ਦਿਓ, ਇਹ ਦੁਨੀਆ ਦਾ ਕੰਮ ਆ। ਇਹ ਸੰਸਾਰ ਅੱਜ ਦਾ ਨਹੀਂ ਬਣਿਆ। ਹਜ਼ਾਰਾਂ ਕਰੋੜਾਂ ਸਾਲ ਹੋ ਗਏ ਸੰਸਾਰ ਬਣੇ ਨੂੰ, ਕਿੰਨੇ ਯੁੱਗ ਬੀਤ ਗਏ ਸੰਸਾਰ ਬਣੇ ਨੂੰ। ਦੁਨੀਆ ਨਹੀਂ ਬਦਲੀ। ਦੁਨੀਆ ਅੱਜ ਵੀ, ਸਮੇਂ ਵੀ ਉਦਾਂ ਹੀ ਆ, ਸੰਸਾਰ ਉਦਾਂ ਹੀ ਆ, ਬਦਲੇ ਨਹੀਂ ਹੈਗਾ। ਸੰਸਾਰ ਅੱਜ ਉਦਾਂ ਦਾ ਹੀ ਆ। ਸੰਤ ਮਹਾਂਪੁਰਖ ਫਕੀਰ ਸੰਸਾਰ ਵਿੱਚ ਆਉਂਦੇ ਰਹਿਣੇ, ਆ ਕੇ ਆਪਣਾ ਹੋਕਾ ਦਿੰਦੇ ਰਹਿਣਾ, ਔਰ ਇਹਨਾਂ ਨੇ ਆਪਣੀ ਡਿਊਟੀ ਪੂਰੀ ਕਰਕੇ ਚਲੇ ਜਾਣਾ। ਜਦ ਤੱਕ ਸੰਸਾਰ ਆ, ਸੰਤਾਂ ਮਹਾਂਪੁਰਸ਼ ਆਉਂਦੇ ਰਹਿਣਾ।
ਤੁਸੀਂ ਆਪਣੇ ਭਗਤੀ ਰਾਸਤੇ ਚੱਲਦੇ ਰਹੋ, ਆਪਣੀ ਡਿਊਟੀ ਸਮਝ ਕੇ, ਆਪਣਾ ਫਰਜ਼ ਸਮਝ ਕੇ ਰੋਜ਼ ਭਜਨ ਸਿੰਘ ਦਾ ਅਭਿਆਸ ਕਰਦੇ ਰਹੋ। ਜੇ ਤੁਸੀਂ ਗ੍ਰਸਤ ਦੇ ਵਿੱਚ ਰਹਿੰਦੇ ਹੋ, ਪਰਿਵਾਰ 'ਚ ਰਹਿ ਕੇ ਬੰਦਗੀ ਕਰਦੇ ਹੋ, ਤਾਂ ਸਹੀ ਨੇਮ ਨਾਲ ਡੇਲੀ ਬਿਨਾਂ ਛੁੱਟੀ ਕੀਤੇ 2.5-3 ਘੰਟੇ ਰੋਜ਼ ਅਭਿਆਸ ਜ਼ਰੂਰ ਕਰਨਾ। ਆਪਣੇ 24 ਘੰਟੇ ਦਸਵੰਧ 2.5 ਘੰਟੇ ਪ੍ਰਮਾਤਮਾ ਨੂੰ ਜ਼ਰੂਰ ਦੇਣੇ ਆ ਗ੍ਰਸਤ ਦੇ ਵਿੱਚ, ਕਿਉਂਕਿ ਜ਼ਿੰਮੇਵਾਰੀ ਬਹੁਤ ਹੁੰਦੀਆਂ। ਪਰਿਵਾਰ ਦਾ ਪਾਲਣ ਪੋਸ਼ਣ ਕਰਨਾ, ਰੋਟੀ ਕੱਪੜਾ ਔਰ ਮਕਾਨ ਚਾਹੀਦਾ, ਇਹਦੇ ਲਈ ਕੰਮਕਾਜ ਕਰਨਾ ਪੈਣਾ। ਤੁਸੀਂ ਕੰਮਕਾਰ ਕਰੋ, ਕੰਮ ਨਹੀਂ ਛੱਡਣਾ, ਕੰਮਕਾਰ ਕਰੋ ਤੇ ਆਪਣਾ ਨੇਮ ਪੱਕਾ ਰੱਖੋ ਬੰਦਗੀ ਦਾ। ਹਾਂ, ਜੇ ਤੁਹਾਨੂੰ ਜ਼ਿਆਦਾ ਸਮਾਂ ਮਿਲਦਾ ਤੁਸੀਂ ਜ਼ਿਆਦਾ ਚਿਰ ਬੈਠੋ, ਇਹ ਤੁਹਾਡੇ ਹੱਥ ਆ। ਜਿੰਨਾ ਤੁਸੀਂ ਗੁੜ ਪਾਓਗੇ ਓਨਾ ਮਿੱਠਾ ਹੋਣਾ ਹੈ। 24 ਘੰਟੇ ਭਗਤੀ ਕਰੋ, ਤੁਹਾਡੀ ਮਰਜ਼ੀ ਆ। ਪਰ ਪਰਮਾਤਮਾ ਗ੍ਰਸਤ ਆਸ਼ਰਮ ਜਲਦੀ ਮਿਲਦਾ ਪਰਮਾਤਮਾ। ਇਸ ਕਰਕੇ ਸੰਤਾਂ ਮਹਾਂਪੁਰਸ਼ਾਂ ਨੇ ਕਿਹਾ ਕਿ 24 ਘੰਟੇ ਦਸਵੰਧ 2.5-3 ਘੰਟੇ ਵੀ ਇਨਸਾਨ ਆਪਣੇ ਪਰਿਵਾਰ 'ਚ ਰਹਿ ਕੇ ਬੰਦਗੀ ਕਰਦਾ ਤਾਂ ਵੀ ਉਹ ਪਰਮਾਤਮਾ ਨੂੰ ਪਾ ਸਕਦਾ। ਜੇ ਤੁਸੀਂ ਫਕੀਰੀਆਂ ਵਾਲੇ ਰਾਸਤੇ ਜਾਣਾ ਜਾਂ ਉਧਰ ਰਾਸਤੇ ਜਾਣਾ, ਇਹਦੇ ਲਈ ਸਮਾਂ ਬਹੁਤ ਚਾਹੀਦਾ, ਇਹਦੇ ਲਈ ਬੰਦਗੀ ਬਹੁਤ ਚਾਹੀਦੀ ਆ। ਅਸੀਂ ਲੋਕ ਸਿਰਫ ਲੱਡੂਆਂ ਤੇ ਵਿਸ਼ਵਾਸ ਰੱਖਿਆ ਕਿ ਲੱਡੂ ਚੜਾਤੇ ਸਾਡਾ ਕੰਮ ਹੋ ਗਿਆ, ਹਨਾ, ਕੋਈ ਕੜਾਈਆਂ ਦੇਤੀਆਂ ਤਾਂ ਪਰਮਾਤਮਾ ਮਿਲ ਗਿਆ। ਇਦਾਂ ਕੁਝ ਨਹੀਂ ਹੋਣ ਵਾਲਾ। ਜਿਹੜਾ ਪਰਮਾਤਮਾ ਦਾ ਅਧਿਆਤਮ ਦਾ ਮਾਰਗ ਆ, ਇਹ ਭਗਤੀ ਕਰਨ ਦਾ ਮਾਰਗ ਆ, ਕਰਨੀ ਦਾ ਮਾਰਗ ਆ। ਅਸੀਂ ਲੋਕ ਕਹਿੰਦੇ ਸਾਨੂੰ ਪੱਕੀ ਪਕਾਈ ਮਿਲ ਜਾਵੇ, ਇਹਦੇ ਵਿੱਚ ਮਿਹਨਤ ਆਪ ਕਰਾਂਗੇ ਤਾਂ ਹੀ ਅਸੀਂ ਉਹ ਮੰਜ਼ਿਲ ਤੱਕ ਪਹੁੰਚ ਸਕਦੇ ਹਾਂ। ਕਈ ਲੋਕ ਇਸ ਸਫ਼ਰ ਤੇ ਚੱਲਦੇ ਨੇ, ਗੱਦੀ ਲਾਣੇ ਜਿਹਨੂੰ ਕਹਿੰਦੇ, ਗੱਦੀ ਵੀ ਲਾਣੇ ਆ ਕਈ ਲੋਕ, ਜਾਂ ਫਕੀਰੀਆਂ ਕਰਨਾ ਚਾਹੁੰਦੇ ਆ, ਜਾਂ ਇਸ ਰਸਤੇ ਚੱਲਣਾ ਚਾਹੁੰਦੇ ਆ। ਉਹ ਲੋਕਾਂ ਦੇ ਮਨ 'ਚ ਇੱਕ ਹੀ ਆਉਂਦਾ ਰਹਿੰਦਾ ਕਿ ਮੈਨੂੰ ਕਿਸੇ ਨੇ ਕੁਝ ਕਰ ਦਿੱਤਾ, ਹਨਾ, ਮੇਰਾ ਗੁਆਂਢੀ ਨੇ ਕੁਝ ਕਰ ਦਿੱਤਾ, ਜਾਂ ਉਹ ਕਿਸੇ ਹੋਰ ਨੇ ਕੁਝ ਕਰ ਦਿੱਤਾ। ਇਹ ਗੱਲਾਂ 'ਚੋਂ ਬਾਹਰ ਨਿਕਲੋ ਜੇ ਤੁਸੀਂ ਕਾਮਯਾਬ ਸਫਲ ਹੋਣਾ ਚਾਹੁੰਦੇ ਹੋ। ਲੋਕ ਤੁਹਾਡਾ ਬੁਰਾ ਵੀ ਕਰੇ ਨਾ ਤਾਂ ਵੀ ਤੁਸੀਂ ਚੱਲਦੇ ਰਹੋ ਆਪਣੇ ਰਾਸਤੇ, ਲੋਕ ਮਾੜਾ ਵੀ ਕਰਨ ਤਾਂ ਵੀ ਤੁਸੀਂ ਚੱਲਦੇ ਰਹੋ ਆਪਣੇ ਰਾਸਤੇ, ਭਗਤੀ ਕਰਦੇ ਰਹੋ। ਪਰਮਾਤਮਾ ਤੁਹਾਨੂੰ ਗਰੀਬੀ 'ਚ ਰੱਖੇ ਤਾਂ ਵੀ ਭਗਤੀ ਕਰਦੇ ਰਹੋ, ਪਰਮਾਤਮਾ ਤੁਹਾਨੂੰ ਅਮੀਰੀ 'ਚ ਰੱਖੇ ਤਾਂ ਵੀ ਭਗਤੀ ਕਰਦੇ ਰਹੋ। ਇਹ ਉਹਦੀ ਰਮਜ ਆ। ਤੁਸੀਂ ਆਪਣੀ ਡਿਊਟੀ ਸਮਝ ਕੇ ਸਿਮਰਨ ਕਰਦੇ ਰਹੋ। ਉਹਨੇ ਕੀ ਕਰਾਣਾ, ਕਦੋਂ ਕਰਾਣਾ, ਉਹਨੇ ਆਪੇ ਹੀ ਕਰਾ ਲੈਣਾ। ਤੁਸੀਂ ਧੱਕੇ ਨਾਲ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰ ਸਕਦੇ ਇਸ ਰਾਸਤੇ ਵਿੱਚ। ਫਕੀਰਾਂ ਕੋਲ ਪੁੱਛ ਕੇ ਦੇਖੋ, ਸੰਤਾਂ ਮਹਾਂਪੁਰਖ ਗੁਰੂਆਂ ਕੋਲ ਬੈਠ ਕੇ ਦੇਖੋ, ਉਹਨਾਂ ਦੀ ਸੰਗਤ ਕਰੋ, ਫਿਰ ਪਤਾ ਲੱਗੂ ਕਿ ਉਹ ਆਪਣੀ ਮਰਜ਼ੀ ਕਰ ਹੀ ਨਹੀਂ ਸਕਦੇ। ਉਹਦੇ ਹੁਕਮ 'ਚ ਰਹਿਣਾ ਪੈਂਦਾ, ਉਹਦੇ ਹੁਕਮ 'ਚ ਰਹਿ ਕੇ ਬੰਦਗੀ ਕਰਨੀ ਪੈਂਦੀ, ਹੁਕਮ 'ਚ ਰਹਿ ਕੇ ਸਾਰਾ ਕਾਰਜ ਕਰਨਾ ਪੈਂਦਾ, ਕਿਉਂਕਿ ਕਰਨ ਵਾਲਾ ਉਹ ਆ। ਉਹਦੀ ਮਰਜ਼ੀ ਨਾ ਹੋਣਾ ਜੋ ਹੋਣਾ। ਇਸ ਬਾਣੇ ਦੀ, ਇਸ ਝੋਲੀ ਦੀ ਲਾਜ ਉਸ ਪਰਮਾਤਮਾ ਨੇ ਰੱਖਣੀ ਆ, ਉਸ ਗੁਰੂ ਨੇ ਰੱਖਣੀ ਆ ਜਿਹਦੇ ਚਰਨਾਂ 'ਚ 24 ਘੰਟੇ ਬੈਠੇ ਰਹਿੰਦੇ। ਉਹਨੇ ਇਸ ਬਾਣੀ ਦੀ ਲਾਜ ਰੱਖਣੀ ਆ। ਜੇ ਤੁਸੀਂ ਆਪਣੀ ਮਰਜ਼ੀ ਕਰੋਗੇ, ਆਪਣੇ ਮਨ ਦੇ ਘੋੜੇ ਭਜਾਓਗੇ, ਤਾਂ ਤੁਸੀਂ ਅੱਜ ਵੀ ਫੇਲ ਆ, ਕੱਲ ਵੀ ਫੇਲ ਆ। ਫਿਰ ਤੁਸੀਂ ਕਹਿਣਾ ਮੇਰਾ ਕਿਸੇ ਨੇ ਕੁਛ ਕਰ ਦਿੱਤਾ, ਮੇਰਾ ਧਿਆਨ ਨਹੀਂ ਲੱਗਦਾ, ਹਨਾ, ਹੁਣ ਸੰਗਤ ਘਟ ਗਈ, ਫਲਾਣਾ ਘਟ ਗਈ। ਇਹ ਲੋਕਾਂ ਦੀ ਗੱਲਾਂ ਰਹਿੰਦੀਆਂ। ਇਹ ਗੱਲਾਂ ਤੋਂ ਬਾਹਰ ਆ ਜਾਓ, ਕਿਸੇ ਦੀ ਪਰਵਾਹ ਨਹੀਂ ਕਰਨੀ। ਤੁਸੀਂ ਆਪਣਾ ਨੇਮ ਪੱਕਾ ਰੱਖੋ, ਆਪਣੀ ਬੰਦਗੀ ਵਧਾਓ। ਗ੍ਰਸਤ ਆਸ਼ਰਮ ਵਿੱਚ ਰਹਿੰਦੇ ਹੋ, ਪਰਿਵਾਰ 'ਚ ਰਹਿੰਦੇ ਹੋ ਤਾਂ 2.5-3 ਘੰਟੇ ਬਹੁਤ ਆ। ਤੁਸੀਂ ਬੰਦਗੀ ਕਰੋਗੇ ਤਾਂ ਵੀ ਤੁਸੀਂ ਪਰਮਾਤਮਾ ਤੱਕ ਪਹੁੰਚ ਸਕਦੇ ਹੋ, ਉਹ ਆਨੰਦ ਲੈ ਸਕਦੇ ਹੋ। ਜੇ ਫਕੀਰੀਆਂ ਕਰਨੀਆਂ, ਦਰਬਾਰ ਦੀ ਸੇਵਾ ਕਰਨੀ, ਡੇਰਿਆਂ ਦੀ ਸੇਵਾ ਕਰਨੀ ਆ, ਤਾਂ ਇਹਦੇ ਲਈ ਤੁਹਾਨੂੰ ਸਮਾਂ ਚਾਹੀਦਾ ਬੰਦਗੀ ਲਈ। ਇੱਕ ਮਹਾਂਪੁਰਸ਼ ਦੋ ਮਿਲੇ ਆ, ਮੇਰਾ ਖਿਆਲ ਬਾਬਾ ਆਨੰਦ ਸਿੰਘ ਜੀ ਆ, ਬਾਬਾ ਈਸ਼ਰ ਸਿੰਘ ਜੀ ਦੀ ਗੱਲ ਆ। ਪਤਾ ਨਹੀਂ ਬਾਬਾ ਆਨੰਦ ਸਿੰਘ ਨੇ ਪੁੱਛਿਆ ਸੀ ਕਿ ਤੁਸੀਂ ਕਿੰਨੇ ਘੰਟੇ ਬੰਦਗੀ ਤੇ ਬਹਿੰਦੇ ਹੋ, ਤਾਂ ਉਹਨਾਂ ਨੇ ਕਿਹਾ ਸੀ ਮੈਂ 22 ਘੰਟੇ ਬੰਦਗੀ ਬਹਿੰਦੇ ਆ। ਤਾਂ ਫਿਰ ਉਹਨਾਂ ਨੇ ਸਵਾਲ ਕਰਤਾ, ਜੇ ਤੂੰ 22 ਘੰਟੇ ਤੁਸੀਂ ਬੰਦਗੀ ਕਰਦੇ ਹੋ ਤੇ 2 ਘੰਟੇ ਕਿੱਥੇ ਆ, ਉਹਦਾ ਹਿਸਾਬ ਦਿਓ। ਬਾਬਾ ਜੀ 22 ਘੰਟੇ ਬੰਦਗੀ ਕਰਨ ਵਾਲਾ ਕਰਦੇ ਨੇ ਮਹਾਂਪੁਰਸ਼, ਉਹਨਾਂ ਤੋਂ ਵੀ ਉਹਨਾਂ ਦੇ ਮਹਾਂਪੁਰਸ਼ਾਂ ਪੁੱਛ ਲਿਆ ਤੁਸੀਂ 2 ਘੰਟੇ ਸਾਨੂੰ ਹਿਸਾਬ ਦਿਓ, 2 ਘੰਟੇ ਤੁਸੀਂ ਕੀ ਕਰਦੇ ਹੋ। ਤਾਂ ਉਹ ਅੱਜ ਅਸੀਂ ਉਹਨਾਂ ਨੂੰ ਮਹਾਂਪੁਰਸ਼ਾਂ ਨੂੰ ਅਸੀਂ ਯਾਦ ਕਰਦੇ ਹਾਂ। ਉਹਨਾਂ ਨੇ ਇੰਨੀਆਂ ਬੰਦਗੀਆਂ, ਇੰਨੀਆਂ ਇਬਾਦਤਾਂ, ਭਗਤੀਆਂ ਕੀਤੀਆਂ ਇਹਨਾਂ ਨੇ। ਜਦੋਂ ਭਗਤੀ ਕਰਦੇ ਆਪਣੇ ਕੇਸ ਬੰਨ੍ਹਦੇ ਹੁੰਦੇ ਸੀ, ਆਪਣੇ ਕੇਸ, ਬਾਬਾ ਆਨੰਦ ਸਿੰਘ ਜੀ ਆਪਣੇ ਕੇਸ ਬੰਨ੍ਹ ਲੈਂਦੇ ਹੁੰਦੇ ਸੀ ਕਿ ਨੀਂਦ ਦਾ ਝੋਂਕਾ ਨਾ ਆਵੇ, ਇਹਦਾ ਸਟੇਟ ਏਦਾਂ ਹੀ ਬੈਠੇ ਰਹੀਏ। ਸੰਗਤ ਕਰਾਂਗੇ ਤੁਹਾਨੂੰ ਪਤਾ ਲੱਗੂਗਾ। ਤਾਂ ਉਹਨਾਂ ਨੇ ਉਹ ਰੁਤਬੇ ਉਹ ਪ੍ਰਾਪਤ ਕੀਤੇ ਆ। ਭਗਤੀ ਨਾਲ ਹੀ ਸ਼ਕਤੀ ਮਿਲਣੀ ਆ, ਬਿਨਾਂ ਭਗਤੀ ਤੋਂ ਕੁਝ ਨਹੀਂ ਹੋਣ ਵਾਲਾ।
ਲੱਡੂ ਦੇਈ ਚਲੋ, ਕੜਾਈਆਂ ਦੇਈ ਚਲੋ, ਨਾਰੀਅਲ ਪਾਈ ਚਲੋ, ਜਿਨੇ ਮਰਜੀ ਮੋਟੇ ਨਗ, ਨੀਲੇ ਪੀਲੇ ਨਗ ਪਾਈ ਚਲੋ ਹੱਥਾਂ ਦੇ ਵਿੱਚ, ਮੁੰਦਰੀਆਂ ਵੱਡੀਆਂ ਵੱਡੀਆਂ ਪਾਈ ਚਲੋ, ਵੱਡੀ ਵੱਡੀ ਮਾਲਾ ਪਾਈ, ਇਹਦਾ ਮਤਲਬ ਨਹੀਂ ਕੋਈ। ਇਹ ਭਗਤੀ ਦਾ ਮਾਰਗ ਆ, ਭਗਤੀ ਕਰਨੀ ਪੈਣੀ। ਦੁਨੀਆ ਦੀ ਪਰਵਾਹ ਨਾ ਕਰੋ, ਦੁਨੀਆ ਦਾ ਕੰਮ ਹੈ ਗੱਲਾਂ ਕਰਨਾ। ਜਿਹੜੇ ਬੇਗੁਰੇ ਲੋਕ ਨੇ, ਮਨਮੁਖ ਲੋਕ ਨੇ, ਜਿਹਨੂੰ ਇਸ ਸਫ਼ਰ ਦਾ ਨਹੀਂ ਪਤਾ, ਉਹ ਲੋਕ ਵਿਰੋਧ ਕਰਦੇ ਨੇ, ਉਹ ਰਾਸਤੇ ਰੁਕਾਵਟਾਂ ਬਣਦੀ ਆ। ਪਰ ਇਹਨਾਂ ਦੀ ਪਰਵਾਹ ਨਹੀਂ ਕਰਨੀ, ਤੁਸੀਂ ਆਪਣੇ ਰਾਸਤੇ, ਭਗਤੀ ਦੇ ਰਾਸਤੇ ਚੱਲਦੇ ਰਹੋ, ਆਪਣਾ ਬੰਦਗੀ ਦਾ ਸਮਾਂ ਵਧਾਓ, ਠੀਕ ਆ। ਜਿੰਨਾ ਵੱਧ ਤੋਂ ਵੱਧ ਸਮਾਂ ਹੁੰਦਾ ਆਪਣੀ ਬੰਦਗੀ ਤੇ ਲੱਗੇ ਰਹੋ। ਇਹਨਾਂ ਗੱਲਾਂ ਵੱਲ, ਇਹਨਾਂ ਲੋਕਾਂ ਵੱਲ ਧਿਆਨ ਨਾ ਦਿਓ। ਦਾਸ ਨੂੰ ਵੀ ਅਸੀਂ ਜਾਣਦੇ ਹਾਂ, ਅੱਜ ਵੀ ਅਸੀਂ ਦਾਸ ਘੁੰਗਰੂ ਪਾਏ ਆ ਪੈਰਾਂ 'ਚ, ਉਹਨਾਂ ਤੇ ਸਵਾਲ ਅੱਜ ਵੀ ਲੋਕ ਕਰੀ ਜਾ ਰਹੇ। ਐਡੇ ਵੱਡੇ ਮਹਾਪੁਰਸ਼ਾਂ ਦੇ ਚਰਨਾਂ 'ਚ ਬਹਿ ਕੇ, ਗੁਰੂਆਂ ਦੇ ਚਰਨਾਂ 'ਚ ਬੈਠ ਕੇ, ਉਹਨਾਂ ਦੀ ਸ਼ੋਭਾ, ਉਹਨਾਂ ਦੀ ਚਰਨਾਂ 'ਚ ਬਹਿੰਦੇ ਹੋਏ ਕਿ ਆਪਣੇ ਗੁਰੂ ਤੋਂ ਸਵਾਲ ਪੁੱਛਣ ਦੀ ਬਜਾਏ ਉਹ ਸਾਡੇ ਕੋਲ ਸਵਾਲ ਪੁੱਛਦੇ ਆ ਕਿ ਬਾਬਾ ਜੀ ਤੁਸੀਂ ਘੁੰਗਰੂ ਕਾਹਤੇ ਪਾਏ। ਤੁਸੀਂ ਆਪਣੇ ਗੁਰੂ ਤੋਂ ਪੁੱਛੋ, ਮੁਰਸ਼ਿਦ ਤੋਂ ਪੁੱਛੋ ਆਪਣੇ, ਉਹ ਤੁਹਾਨੂੰ ਇਹ ਗੱਲਾਂ ਦਾ ਜਵਾਬ ਦੇਣਗੇ ਕਿ ਘੁੰਗਰੂ ਕਾਹਤੇ ਪਾਇਆ। ਇਹ ਅਨੁਭਵ ਕਰਨੀ ਦਾ ਮਾਰਗ ਆ। ਤੁਸੀਂ ਬਾਜ਼ਾਰ ਜਾਓ, 200, 250, 400, 500 ਦੇ ਘੁੰਗਰੂ ਮਿਲੋਗੇ, ਪੈਰਾਂ 'ਚ ਪਾਓ, ਆਪਣੇ ਪੈਰਾਂ 'ਚ ਪਾ ਕੇ ਆਪਣੇ ਪਰਿਵਾਰ 'ਚ ਹਫ਼ਤਾ 10 ਦਿਨ ਘੁੰਮੋ ਤਾਂ ਸਹੀ, ਆਪਣੇ ਮਹੱਲੇ ਦੇ ਵਿੱਚ ਘੁੰਗਰੂ ਪਾ ਕੇ ਘੁੰਮੋ ਤਾਂ ਸਹੀ, ਤੁਹਾਨੂੰ ਹਰ ਸਵਾਲ ਦਾ ਜਵਾਬ ਤੁਹਾਡੇ ਮਿਲ ਜਾਏਗਾ। ਮੇਰੇ ਤੋਂ ਪੁੱਛਣ ਦੀ ਲੋੜ ਨਹੀਂ ਹੈਗੀ, ਮੈਨੂੰ ਮੈਸੇਜ ਕਰਨ ਦੀ ਲੋੜ ਨਹੀਂ ਹੈਗੀ। ਬਾਜ਼ਾਰੋਂ ਖਰੀਦੋ ਘੁੰਗਰੂ, ਆਪਣੇ ਪੈਰਾਂ 'ਚ ਪਾਓ, ਫਿਰ ਛਮ-ਛਮ ਕਰਦੇ ਆਪਣੇ ਪਰਿਵਾਰ 'ਚ ਘੁੰਮੋ, ਫਿਰ ਗਲੀਆਂ ਮਹੱਲੇ 'ਚ ਘੁੰਮੋ, ਫਿਰ ਪਤਾ ਲੱਗੂ ਇਹਦਾ ਘੁੰਗਰੂ ਦਾ ਮਤਲਬ ਕੀ ਆ, ਇਹ ਕਿਉਂ ਪਾਏ ਜਾਂਦੇ ਆ। ਆਪਣੇ ਗੁਰੂ ਤੋਂ ਪੁੱਛੋ। ਐਡੇ ਐਡੇ ਗੁਰੂਆਂ ਦੇ ਕੋਲ, ਐਡੇ ਵੱਡੇ ਮਹਾਤਮਾ ਦੇ ਕੋਲ ਚਰਨਾਂ ਤੁਸੀਂ ਬਹਿ ਕੇ ਤੁਸੀਂ ਦੂਜਿਆਂ ਕੋਲ ਪੁੱਛਦੇ ਆ, ਆਪਣੇ ਗੁਰੂ ਦਾ ਨਾਦਰ ਕਰਦੇ ਹੋ ਤੁਸੀਂ ਲੋਕ। ਇੱਕ ਵਾਰ ਪਾ ਕੇ ਤਾਂ ਦੇਖੋ, ਤੁਹਾਨੂੰ ਪਤਾ ਲੱਗੂਗਾ। ਤੁਹਾਨੂੰ ਹਰ ਸਵਾਲ ਦਾ ਜਵਾਬ, ਤੁਸੀਂ ਪੈਰਾਂ 'ਚੋਂ ਘੁੰਗਰੂ ਪਾਓਗੇ, ਪਰਿਵਾਰ 'ਚ ਘੁੰਮੋਗੇ, ਬਾਹਰ ਘੁੰਮੋਗੇ, ਮਹੱਲੇ 'ਚ, ਤੁਹਾਨੂੰ ਹਰ ਸਵਾਲ ਦਾ ਜਵਾਬ ਤੁਹਾਨੂੰ ਅੰਦਰੋਂ ਮਿਲੇਗਾ। ਇਹ ਪਰਮਾਤਮਾ ਦਾ ਅਨੁਭਵ ਕਰਨ ਦਾ ਮਾਰਗ ਆ, ਗੱਲਾਂ ਦਾ ਮਾਰਗ ਨਹੀਂ ਹੈਗਾ। ਅਸੀਂ ਗੱਲਾਂ ਇੱਕ ਦੂਜੇ ਲੱਤਾਂ ਹੀ ਖਿੱਚਦੇ ਰਹਿੰਦੇ ਹਾਂ। ਹਮੇਸ਼ਾ ਮੈਂ ਬਾਰ-ਬਾਰ ਕਹਿਣਾ, ਹਮੇਸ਼ਾ ਗੱਲ ਦੇ ਵਿੱਚ ਕਮੀਆਂ ਆਪਣੇ ਅੰਦਰ ਦੇ ਲੱਭਣ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਕੁਝ ਬਣਨਾ ਚਾਹੁੰਦੇ ਹੋ, ਇਸ ਰਾਸਤੇ ਕਾਮ ਸਫਲ ਹੋਣਾ ਚਾਹੁੰਦੇ ਹੋ, ਦੂਜੇ ਵਿੱਚ ਅੱਛਾਈਆਂ ਲੱਭਣ ਦੀ ਕੋਸ਼ਿਸ਼ ਕਰੋ, ਅੱਛੇ ਗੁਣ ਲਓ ਦੂਜੇ ਕੋਲੋਂ, ਕਮੀਆਂ ਆਪਣੇ ਆਪ ਦੀ ਦੂਰ ਕਰੋ, ਫਿਰ ਤੁਸੀਂ ਕਾਮ ਸਫਲ ਹੋ ਸਕਦੇ ਹੋ। ਤੁਸੀਂ ਇਸ ਕਰਕੇ ਦਾਸ ਦੀ ਆਪਦੇ ਚਰਨਾਂ 'ਚ ਬੇਨਤੀ ਆ, ਬਾਰ-ਬਾਰ ਜਿਹੜੇ ਬੱਚੇ ਪ੍ਰਭੂ ਦੇ ਰਾਸਤੇ ਚੱਲਦੇ ਨੇ, ਪ੍ਰਭੂ ਦੀ ਬੰਦਗੀ ਕਰਦੇ ਨੇ, ਜੇ ਭਗਤੀ ਵਿੱਚ ਤੁਸੀਂ ਸਫਲ ਹੋਣਾ ਚਾਹੁੰਦੇ ਹੋ ਤਾਂ ਇੱਧਰ ਉੱਧਰ ਦੀਆਂ ਗੱਲਾਂ ਦੀ ਪਰਵਾਹ ਨਾ ਕਰੋ। ਕੋਈ ਹੱਸਦਾ ਤੁਹਾਡੇ ਤੇ, ਜਾਂ ਕੋਈ ਤੁਹਾਡਾ ਵਿਰੋਧ ਕਰਦਾ, ਜਾਂ ਤੁਹਾਡਾ ਕੋਈ ਮਜ਼ਾਕ ਉਡਾਉਂਦਾ, ਹਨਾ, ਇਸ ਗੱਲਾਂ ਵੱਲ ਕਿਸੇ ਦਾ ਧਿਆਨ ਨਹੀਂ ਦੇਣਾ। ਜਿਹੜਾ ਆਹ ਗੱਲਾਂ ਤੁਸੀਂ ਸਹਿਣ ਲੱਗ ਗਏ, ਜਿੱਦਾਂ ਤੁਹਾਨੂੰ ਇਹ ਗੱਲਾਂ ਸਹਿਣੀਆਂ ਆ ਗਈਆਂ, ਲੋਕਾਂ ਦਾ ਵਿਰੋਧ ਸਹਿਣਾ ਆ ਗਿਆ, ਲੋਕਾਂ ਦਾ ਮਜ਼ਾਕ ਸਹਿਣਾ ਆ ਗਿਆ, ਤੁਸੀਂ ਸਮਝ ਲਓ ਇਸ ਸਫ਼ਰ ਤੇ ਕਾਮਯਾਬ ਹੋਣਾ, ਸਫਲ ਹੋ ਤੁਸੀਂ। ਫਿਰ ਤੁਸੀਂ ਆਪਣੀ ਭਗਤੀ ਦਾ ਰਸਤਾ ਤੁਹਾਡਾ ਸਹੀ ਚੱਲਣਾ। ਜੇ ਤੁਸੀਂ ਇਹਨਾਂ ਗੱਲਾਂ ਵਿੱਚ ਉਲਝ ਗਏ, ਇਹਨਾਂ ਗੱਲਾਂ ਵਿੱਚ ਤੁਸੀਂ ਫਸ ਗਏ, ਤਾਂ ਤੁਸੀਂ ਆਪਣੀ ਮੰਜ਼ਿਲ ਤੱਕ ਕਦੇ ਵੀ ਨਹੀਂ ਪਹੁੰਚ ਸਕਦੇ। ਤੇ ਇਸ ਕਰਕੇ ਇਹਨਾਂ ਗੱਲਾਂ ਦਾ ਪਰਵਾਹ ਨਹੀਂ ਕਰਨੀ। ਤੁਸੀਂ ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸੇਵਾ ਦਾ ਅਭਿਆਸ ਕਰਦੇ ਰਹਿਣਾ, ਠੀਕ ਆ। 24 ਘੰਟਾ 10 ਬੰਦ, 2.5 ਘੰਟੇ ਬੰਦਾ, ਆਪੇ 2.5 ਘੰਟੇ ਬੰਦਗੀ ਜ਼ਰੂਰ ਕਰਨੀ ਹੈ, ਠੀਕ ਆ। ਕਿਸੇ ਗੱਲ ਦੀ ਪਰਵਾਹ ਨਾ ਕਰੋ, ਆਪਣੇ ਗੁਰੂ ਤੇ, ਆਪਣੇ ਪੀਰ ਮੁਰਸ਼ਿਦ ਤੇ ਭਰੋਸਾ ਰੱਖ ਕੇ ਆਪਣੀ ਨਿਯਮ ਅਨੁਸਾਰ ਬੰਦਗੀ ਕਰੋ, ਠੀਕ ਹੈ। ਕਮੀਆਂ ਲੱਭਣੀਆਂ, ਆਪਣੇ ਅੰਦਰ ਕਮੀਆਂ ਲੱਭਣ ਦੀ ਕੋਸ਼ਿਸ਼ ਕਰੋ। ਅਗਰ ਦੂਜਿਆਂ ਕੋਲ ਸਿੱਖਣਾ ਚਾਹੁੰਦੇ ਹੋ ਤਾਂ ਅੱਛਾਈਆਂ ਸਿੱਖਣ ਦੀ ਕੋਸ਼ਿਸ਼ ਕਰੋ। ਜਦੋਂ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਬੈਠੇ ਸੀ, ਉਹਨਾਂ ਕੋਲੋਂ ਦੁਰਯੋਧਨ ਆਇਆ ਤੇ ਯੁਧਿਸ਼ਠਿਰ ਆਇਆ, ਦੋਨੇ ਜੋ ਸਾਹਮਣੇ ਖੜੇ ਹੋ ਗਏ, ਤਾਂ ਕ੍ਰਿਸ਼ਨ ਮਹਾਰਾਜ ਨੇ ਦੁਰਯੋਧਨ ਨੂੰ ਕਿਹਾ, ਜਾ ਕੇ ਦੇਖ ਮਹੱਲੇ 'ਚ, ਸ਼ਹਿਰ 'ਚ ਜਾ ਤੇ ਕੋਈ ਚੰਗਾ ਬੰਦੇ ਲੱਭ ਗਏ, ਕਿੰਨੇ ਚੰਗੇ ਬੰਦੇ ਆ। ਦੁਰਯੋਧਨ ਦੀ ਡਿਊਟੀ ਲਾਈ ਕ੍ਰਿਸ਼ਨ ਮਹਾਰਾਜ ਨੇ। ਦੁਰਯੋਧਨ ਨੂੰ ਕਿਹਾ ਕਿ ਜਾ ਆਪਣੇ ਸ਼ਹਿਰ ਦੇ ਵਿੱਚ ਜਾ ਕੇ ਆ, ਚੰਗੇ ਬੰਦੇ ਦੱਸ, ਕਿੰਨੇ ਕੁ ਚੰਗੇ ਬੰਦੇ ਆ, ਕੋਈ ਚੰਗਾ ਬੰਦਾ ਲੱਭ ਕੇ ਲੈ ਕੇ ਆ। ਦੁਰਯੋਧਨ ਗਿਆ ਤੇ 3-4 ਘੰਟੇ ਬਾਅਦ ਜਦੋਂ ਵਾਪਸ ਆਇਆ ਤਾਂ ਕ੍ਰਿਸ਼ਨ ਮਹਾਰਾਜ ਨੇ ਪੁੱਛਿਆ, ਹਾਂ ਵੀ ਕਿੰਨੇ ਬੰਦੇ ਲਿਆਇਆ ਚੰਗੇ, ਕਿਹੜਾ ਬੰਦਾ ਤੈਨੂੰ ਚੰਗਾ ਮਿਲਿਆ? ਕਹਿੰਦਾ ਜੀ ਮੈਨੂੰ ਕੋਈ ਚੰਗਾ ਹੀ ਨਹੀਂ ਮਿਲਿਆ। ਕਹਿੰਦਾ ਮੇਰੇ ਤੋਂ ਵੱਧ ਚੰਗਾ ਕਿਹੜਾ ਆ? ਦੁਰਯੋਧਨ ਨੇ ਕ੍ਰਿਸ਼ਨ ਮਹਾਰਾਜ ਨੂੰ ਕਿਹਾ ਕਿ
ਮੇਰੇ ਤੋਂ ਵੱਧ ਚੰਗਾ ਕਿਹੜਾ ਹੈ? ਮੈਂ ਸ਼ਹਿਰ 'ਚ ਗਿਆ, ਮੈਨੂੰ ਇੱਕ ਵੀ ਚੰਗਾ ਬੰਦਾ ਨਹੀਂ ਮਿਲਿਆ, ਸਾਰੇ ਮਾੜੇ ਹੀ ਬੰਦੇ ਮਿਲੇ ਆ। ਤੇ ਇਸ ਕਰਕੇ ਮੇਰੇ ਤੋਂ ਚੰਗਾ ਬੰਦਾ ਕਿਹੜਾ? ਤੇ ਕ੍ਰਿਸ਼ਨ ਮਹਾਰਾਜ ਨੇ ਫਿਰ ਯੁਧਿਸ਼ਟਰ ਨੂੰ ਕਿਹਾ ਕਿ ਜਾ ਵੀ ਤੂੰ ਸ਼ਹਿਰ ਵਿੱਚ ਜਾ, ਕੋਈ ਮਾੜਾ ਬੰਦਾ ਲੱਭ ਕੇ ਲੈ ਕੇ ਆ। ਕਿੰਨੇ ਬੰਦੇ ਮਾੜੇ ਨੇ ਦੇਖ ਕੇ ਆ। ਜਦੋਂ ਯੁਧਿਸ਼ਟਰ ਸ਼ਹਿਰ ਦੇ ਵਿੱਚ ਗਿਆ ਮਾੜੇ ਬੰਦੇ ਲੱਭਣ ਲਈ, ਤੇ 3-4 ਘੰਟੇ ਉਦੋਂ ਹੀ ਘੁੰਮ ਕੇ ਆ ਗਿਆ ਕਿ ਕ੍ਰਿਸ਼ਨ ਮਹਾਰਾਜ ਨੇ ਕਿਹਾ ਕਿ ਬੇਟੇ ਤੂੰ ਯੁਧਿਸ਼ਟਰ ਤੂੰ ਇਕੱਲਾ ਹੀ ਆ ਗਿਆ, ਲੈ ਕੇ ਕਿਉਂ ਨਹੀਂ ਮਾੜੇ ਬੰਦੇ, ਕਿਉਂ ਨਹੀਂ ਲੈ ਕੇ ਆ? ਕਹਿੰਦਾ ਪ੍ਰਭੂ ਜੀ ਮੈਨੂੰ ਕੋਈ ਮਾੜਾ ਬੰਦਾ ਮਿਲਿਆ ਹੀ ਨਹੀਂ ਹੈਗਾ, ਮੇਰੇ ਤੋਂ ਮਾੜਾ ਬੰਦਾ ਕੌਣ ਹੋ ਸਕਦਾ? ਸਾਰੇ ਚੰਗੇ ਹੀ ਚੰਗੇ ਨੇ। ਕਹਿੰਦਾ ਸਭ ਤੋਂ ਮਾੜਾ ਤਾਂ ਮੈਂ ਆ। ਯੁਧਿਸ਼ਟਰ ਨੇ ਆਪਣੇ ਆਪ ਨੂੰ ਮਾੜਾ ਕਿਹਾ ਤੇ ਸਾਰੇ ਸੰਸਾਰ ਨੂੰ, ਸ਼ਹਿਰ ਵਾਸੀਆਂ ਨੂੰ ਚੰਗਾ ਕਿਹਾ। ਪਰ ਦੁਰਯੋਧਨ ਨੇ ਆਪਣੇ ਆਪ ਨੂੰ ਚੰਗਾ ਕਿਹਾ। ਉਹਨੇ ਕਿਹਾ ਮੈਨੂੰ ਸਾਰੇ ਮਾੜੇ ਆ, ਉਹਨੂੰ ਸਾਰੇ ਪਾਸੇ ਮਾੜੇ ਨਜ਼ਰ ਆ, ਕਿਉਂਕਿ ਉਹ ਮਾੜਾ ਸੀ, ਮਾੜੀ ਸੋਚ ਸੀ, ਤੇ ਇਸ ਕਰਕੇ ਉਹਨੂੰ ਮਾੜਾ ਹੀ ਸਾਰੇ ਪਾਸੇ ਨਜ਼ਰ ਆਇਆ। ਯੁਧਿਸ਼ਟਰ ਸੀ, ਉਹ ਭਗਤੀ ਕਰਦਾ ਸੀ, ਗੁਰੂ ਵਾਲਾ ਸੀ, ਗੁਰੂ ਤੇ ਹੁਕਮ 'ਚ ਰਹਿੰਦਾ ਸੀ, ਉਹਨੂੰ ਸਾਰੇ ਚੰਗੇ ਚੰਗੇ ਨਜ਼ਰ ਆਏ। ਕਹਿੰਦਾ ਮੇਰੇ ਤੋਂ ਮਾੜਾ ਕੋਈ ਵੀ ਹੈ ਨਹੀਂ। ਤੇ ਇਸੇ ਤਰ੍ਹਾਂ ਇਹ ਸਾਡੀ ਸੋਚ ਹੁੰਦੀ ਆ। ਜੇ ਅਸੀਂ ਮਾੜੇ ਹੋਵਾਂਗੇ ਸਾਨੂੰ ਮਾੜਾ ਹੀ ਨਜ਼ਰ ਆਵਾਂਗਾ, ਅਸੀਂ ਚੰਗੇ ਹੋਵਾਂਗੇ ਸਾਨੂੰ ਚੰਗਾ ਹੀ ਨਜ਼ਰ ਆਵੇਗਾ। ਜਿਹੋ ਜੀ ਦ੍ਰਿਸ਼ਟੀ ਉਹ ਜੀ ਸ੍ਰਿਸ਼ਟੀ, ਜਿਹੋ ਜੀ ਨਜ਼ਰ ਉਹ ਜਿਹਾ ਨਜ਼ਾਰਾ। ਅਸੀਂ ਐਵੇਂ ਦੂਜੇ ਲੋਕਾਂ ਦੀ ਕਮੀਆਂ ਲੱਭਦੇ ਫਿਰੇ ਹਾਂ। ਕਮੀਆਂ ਤਾਂ ਆਪਣੇ ਅੰਦਰ ਦੀਆਂ ਕਮੀਆਂ ਲੱਭਣ ਦੀ ਕੋਸ਼ਿਸ਼ ਕਰੋ, ਫਿਰ ਦੂਸਰੇ ਕਿਸੇ ਨੂੰ ਕਹੋ, ਦੂਜਿਆਂ ਅੱਛਾਈਆਂ ਲੱਭਣ ਦੀ ਕੋਸ਼ਿਸ਼ ਕਰੋ। ਇੱਕ ਰੋਜ਼ ਕਮੀ ਦੂਰ ਕਰਦੇ ਰਹੇ ਤਾਂ ਸਾਡੀ ਸਾਰੀ ਕਮੀਆਂ ਦੂਰ ਹੋ ਜਾਣੀਆਂ। ਫਿਰ ਤੁਸੀਂ ਭਗਤੀ ਦੇ ਵਿੱਚ ਸਫਲ ਹੋ ਸਕਦੇ ਹੋ। ਜਿੰਨੇ ਮਰਜੀ ਮੰਦਿਰਾਂ ਗੁਰਦੁਆਰੇ ਦੇ ਟਾਈਮ ਖਰਾਬ ਚਲੋ, ਆਈ ਚਲੋ, ਜਿੰਨੇ ਮਰਜੀ ਘੰਟੇ ਖੜਕਾਈ ਜਾਓ, ਤੁਹਾਡਾ ਦਿਲ ਸਾਫ਼ ਨਹੀਂ, ਤੁਹਾਡਾ ਮਨ ਸਾਫ਼ ਨਹੀਂ, ਤੁਹਾਨੂੰ ਪ੍ਰਮਾਤਮਾ ਮਿਲ ਹੀ ਨਹੀਂ ਸਕਦਾ। ਸਾਰੀ ਉਮਰ ਬਾਹਰ ਕਰਾਮਾਂ ਕਰੀ ਚਲੋ। ਇਹ ਪਰਮਾਰਥ ਦਾ ਰਸਤਾ, ਭਗਤੀ ਦਾ ਰਸਤਾ, ਅਧਿਆਤਮ ਦਾ ਰਸਤਾ ਹੈ। ਜਿਹਨੂੰ ਵੀ ਪਰਮਾਤਮਾ ਮਿਲਿਆ ਅੰਤਰ ਵਿੱਚ ਮਿਲਿਆ। ਬਾਹਰ ਜੋ ਵੀ ਹੈ ਸਭ ਕੁਝ, ਜੋ ਵੀ ਤੀਰਥ ਯਾਤਰਾ ਤੁਸੀਂ ਕਰਦੇ ਹੋ, ਘੁੰਮਦੇ ਫਿਰਦੇ ਹੋ, ਇੱਕ ਜੁੜਨ ਦਾ ਤਰੀਕਾ ਹੈ, ਤੁਹਾਡੀ ਮੰਜ਼ਿਲ ਨਹੀਂ ਆ। ਇਹ ਜੁੜਨ ਦਾ ਤਰੀਕਾ ਬਾਹਰ ਜੋ ਵੀ ਹੈ, ਪਰਮਾਤਮਾ ਅੰਦਰ ਹੀ ਮਿਲਣਾ ਤੁਹਾਨੂੰ, ਮੰਜ਼ਿਲ ਤੁਹਾਡੀ ਅੰਦਰ ਹੀ ਆ। ਅੰਦਰ ਆ ਜਾਓ, ਬਾਹਰੋਂ ਧਿਆਨ ਹਟਾ ਕੇ ਅੰਦਰ ਜੋੜ ਲਓ। ਬਾਹਰ ਜੋ ਵੀ ਸਭ ਕੁਝ ਹੈ ਤੀਰਥ ਸਥਾਨ ਨੇ, ਸਾਡੇ ਜੁੜਨ ਦਾ ਇੱਕ ਤਰੀਕਾ ਆ। ਤੁਹਾਨੂੰ ਸਿੱਖਣ ਨੂੰ ਸਾਨੂੰ ਕੁਝ ਨਾ ਕੁਝ ਮਿਲਦਾ ਹੈ, ਪਰ ਆਪਣੇ ਅੰਦਰ ਆ ਜਾਓ, ਅੰਦਰ ਹੀ ਸਭ ਕੁਝ ਮਿਲਣਾ, ਜੋ ਮਿਲਣਾ, ਬਾਹਰ ਕੁਝ ਨਹੀਂ ਮਿਲਣਾ। ਟਾਈਮ ਖਰਾਬ ਹੈ, ਸਮੇਂ ਖਰਾਬ ਹੈ। ਜੋ ਮਿਲਣਾ ਧਿਆਨ ਦੇ ਗਰਭ 'ਚ ਮਿਲਣਾ, ਧਿਆਨ ਦੇ ਗਰਭ 'ਚੋਂ ਮਿਲਣਾ ਜੋ ਮਿਲਣਾ ਹੈ। ਫਿਰ ਤੁਸੀਂ ਇਸ ਰਾਸਤੇ ਕਾਮਯਾਬ ਹੋ ਸਕਦੇ ਹੋ, ਸਫਲ ਹੋ ਸਕਦੇ ਹੋ। ਭਗਤੀ ਕਰੋ, ਭਗਤੀ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ। ਭਗਤੀ ਕਰੋ, ਬਸ ਆਪੇ ਡਿਊਟੀ ਸਮਝ ਕੇ ਰੋਜ਼ ਪੰਸੇ ਦਾ ਅਭਿਆਸ ਕਰਦੇ ਰਹੋ, ਬੰਦਗੀ ਕਰੋ, ਸਾਰਿਆਂ ਨਾਲ ਪ੍ਰੇਮ ਕਰੋ, ਕਿਸੇ ਨੂੰ ਮਾੜਾ ਚੰਗਾ ਨਾ ਬੋਲੋ। ਜਾਤ ਨਾ ਪੁੱਛੋ ਸਾਧਕੀ, पूछ लीजिए ज्ञान, मोल करो तलवार का, पड़ा देने दो म्यान। साधु की जात पात नहीं देखी दी हुंदी, साधु की कोई जात पात नहीं हुंदी, गुरु की कोई जात पात नहीं हुंदी। गुरु सब दा सांझा हुंदा, साधु संत सब दे सांझे हुंदे आ, चाहे हिंदू आ, मुसलमान आ, सिख आ, ईसाई, सारे उहदे अपने आ। ਇਹ ਅਸੀਂ ਲੋਕ ਆ, ਮਨਮੁਖ ਲੋਕ ਆ, ਬੇਗੁਰੇ ਲੋਕ ਆ, ਜਿਹੜੇ ਚੀਜ਼ਾਂ ਦੇ ਵਿੱਚ ਪੈਂਦੇ ਨੇ, ਜਾਤੀਵਾਦੀ ਦੇ ਚੱਕਰਾਂ 'ਚ ਪੈਂਦੇ ਨੇ। ਗੁਰੂਆਂ ਦੀ ਸੰਤਾ ਮਹਾਂਪੁਰਸ਼ੇ ਕੋਈ ਜਾਤ ਪਾਤ ਨਹੀਂ, ਸਭ ਨਾਲ ਇੱਕੋ ਸਾਂਝਾ ਉਪਦੇਸ਼। ਨਾਮ ਜਪੋ, ਬੰਦਗੀ ਕਰੋ, ਭਗਤੀ ਕਰੋ, ਸਿਮਰਨ ਕਰੋ, ਇੱਕੋ ਹੀ ਹੋਕਾ ਉਹਨਾਂ ਦਾ। ਨਾਮ ਦੇ ਰੰਗ ਵਿੱਚ ਰੰਗੋ, ਜਿੰਨੇ ਮਰਜੀ ਧਰਮਾਂ ਦੇ ਗ੍ਰੰਥ ਪੜ੍ਹ ਲਓ, ਵੱਡੇ ਵੱਡੇ ਟਣਾ ਦੇ ਗ੍ਰੰਥ ਪੜ੍ਹ ਲਓ, ਲੱਖਾਂ ਮਨ ਦੇ ਗ੍ਰੰਥ ਪੜ੍ਹ ਲਓ, ਸਭ ਦਾ ਨਿਚੋੜ ਇੱਕੋ ਹੀ ਆ। ਜਿਨੀ ਨਾਮ ਤੇ ਆਇਆ ਗਏ ਮਸਕਦ ਕਾਲ। ਭਗਤੀ ਕਰਨੀ ਪੈਣੀ ਹੈ, ਛੁਟਕਾਰਾ ਨਾਮ ਕਰਕੇ, ਬੰਦਗੀ ਕਰਕੇ ਛੁਟਕਾਰਾ, ਭਗਤੀ ਕਰਕੇ ਛੁਟਕਾਰਾ। ਇਹ ਤੋਂ ਬਿਨਾਂ ਛੁਟਕਾਰਾ ਨਹੀਂ ਮਿਲ ਸਕਦਾ ਤੁਹਾਨੂੰ। ਇਹ ਗੱਲ ਯਾਦ ਰੱਖੋ। ਜੇ ਆਪਣੇ ਗੁਰੂ ਨਾਲ ਪਿਆਰ ਕਰਦੇ ਹੋ, ਸੰਤਾਂ ਮਹਾਂਪੁਰਸ਼ਾਂ ਨਾਲ ਪਿਆਰ ਕਰਦੇ ਹੋ, ਤਾਂ ਬੰਦਗੀ ਕਰਨਾ ਸਿੱਖੋ, ਭਗਤੀ ਕਰਨਾ ਸਿੱਖੋ। ਉਹ ਤੁਹਾਡੀ ਭਗਤੀ ਤੋਂ ਖੁਸ਼ ਹੋਣਗੇ। ਤੁਹਾਡੇ ਤੋਂ ਕਿਸੇ ਚੀਜ਼ ਦੀ ਆਸ ਨਹੀਂ ਆ। ਤੁਹਾਡੇ ਕੋਲ ਪੈਸੇ ਨਹੀਂ ਚਾਹੀਦੇ, ਤੁਹਾਡੇ ਗੱਡੀਆਂ ਕਾਰਾਂ ਨਹੀਂ ਚਾਹੀਦੀਆਂ ਉਹਨੂੰ ਤੁਹਾਡੇ ਕੋਲੋਂ। ਉਹ ਸਿਰਫ ਤੁਹਾਡੇ ਤੋਂ ਇੱਕ ਭਗਤੀ ਦੀ ਆਸ ਰੱਖਦਾ। ਪੂਰਨ ਸੰਤ ਮਹਾਂਪੁਰਸ਼ ਫਕੀਰ ਸਿਰਫ ਤੁਹਾਡੇ ਤੋਂ ਭਗਤੀ ਦੀ ਆਸ ਰੱਖਦਾ ਕਿ ਮੇਰੇ ਬੱਚੇ ਭਗਤੀ ਕਰਨ, ਭਗਤੀ ਕਰਕੇ ਸਿਮਰਨ ਕਰਕੇ ਆਪਣਾ ਜੀਵਨ ਸਫਲ ਕਰ ਸਕੇ, ਔਰ ਮੇਰੇ ਜੋ ਕਿਹਾ ਉਹਦੀ ਪਾਲਣਾ ਕਰ ਸਕੇ। ਉਹ ਹਮੇਸ਼ਾ ਸਾਧੂ ਸੰਤ ਮਹਾਂਪੁਰਸ਼ ਨਾਮ ਦਾ ਹੋਕਾ ਦਿੰਦੇ ਨੇ, ਨਾਮ ਜਪੋ, ਬੰਦਗੀ ਕਰੋ। ਉਹਨਾਂ ਦਾ ਇੱਕੋ ਉਪਦੇਸ਼ ਆ, ਦੂਜਾ ਕੰਮ ਹੀ ਨਹੀਂ ਦਿੰਦੇ ਕਦੇ ਉਹ। ਤੁਸੀਂ ਗੁਰੂ ਦੇ ਕੋਲ ਜਾਓਗੇ, ਆਪਣੇ
ਮੁਰਸ਼ਿਦ ਦੇ ਕੋਲ ਜਾਓਗੇ, ਪੂਰਨ ਸੰਤ ਮਹਾਂਪੁਰਖ ਫਕੀਰ ਦੇ ਕੋਲ ਜਾਓਗੇ, ਉਹਨਾਂ ਨੇ ਇੱਕੋ ਗੱਲ ਕਹਿਣੀ ਹੈ। ਤੁਸੀਂ ਕਹਿਣਾ ਬਾਬਾ ਜੀ ਸਾਡਾ ਕਾਰੋਬਾਰ ਨਹੀਂ ਚੱਲਦਾ, ਉਹਨੇ ਕਹਿਣਾ ਸਿਮਰਨ ਕਰੋ। ਬਾਬਾ ਜੀ ਮੈਂ ਦੁੱਖ ਤਕਲੀਫ ਬੜੀ ਆ, ਉਹਨੇ ਕਹਿਣਾ ਸਿਮਰਨ ਕਰੋ। ਬਾਬਾ ਜੀ ਮੇਰੇ ਔਲਾਦ ਨਹੀਂ, ਉਹਨੇ ਕਹਿਣਾ ਸਿਮਰਨ ਕਰੋ। ਬਾਬਾ ਜੀ ਮੇਰਾ ਕਾਰੋਬਾਰ ਨਹੀਂ ਚੱਲਦਾ, ਕਹਿਣਾ ਸਿਮਰਨ ਕਰੋ। ਬਾਬਾ ਜੀ ਮੇਰਾ ਵਿਆਹ ਨਹੀਂ ਹੁੰਦਾ, ਉਹਨੇ ਕਹਿਣਾ ਸਿਮਰਨ ਕਰੋ। ਇੱਕੋ ਗੱਲ ਕਹਿਣੀ, ਦੂਜੀ ਗੱਲ ਨਹੀਂ ਕੋਈ ਕਹਿਣੀ, ਕਿਉਂਕਿ ਉਹਨਾਂ ਕੋਲ ਨਾਮ ਦਾ ਸੌਦਾ ਹੈ, ਬੰਦਗੀ ਦਾ ਸੌਦਾ, ਭਗਤੀ ਦਾ ਸੌਦਾ ਉਹਨਾਂ ਕੋਲ ਹੋਰ ਹੈ ਹੀ ਨਹੀਂ ਕੋਈ। ਉਹਨਾਂ ਨਾਮ ਦੀ ਗੱਲ ਕਰਨੀ, ਭਗਤੀ ਦੀ ਗੱਲ ਕਰਨੀ, ਸਿਮਰਨ ਦੀ ਗੱਲ ਕਰਨੀ। ਪਰ ਅਸੀਂ ਲੋਕ ਛੋਟਕਾ ਰਿਸ਼ਤੇ ਲੱਭਦੇ ਹਾਂ, ਸਾਨੂੰ ਗੁਰੂ ਦੇ ਨਹੀਂ ਪਤਾ ਗੁਰੂ ਕੀ ਚੀਜ਼ ਹੈ। ਸਾਨੂੰ ਸਿਰ ਲੱਡੂਆਂ ਦੇ ਵਿਸ਼ਵਾਸ ਆ, ਲੱਡੂ ਬਾਰੇ ਬਾ ਕੁੱਤੇ ਨੂੰ ਪਾ ਦੇ ਸਾਡਾ ਕੰਮ ਹੋ ਜਾਊਗਾ। ਲੱਡੂ ਬਾਰੇ, ਚਾਹ ਲੱਡੂ ਬਾਰੇ ਚਰਸਤੇ ਰੱਖ ਗਏ ਸਾਡਾ ਕੰਮ ਹੋ ਜਾਊਗਾ। ਅਸੀਂ ਇਹ ਚੀਜ਼ਾਂ ਫਸੇ ਹੋਏ, ਵਹਿਮਾਂ 'ਚ ਫਸੇ ਹੋਏ ਹਾਂ। ਆ ਵੱਡੇ ਵੱਡੇ ਨਗ ਪਾਲੇ, ਮੁੰਦਰੀ ਛੱਲੇ ਪਾਲੇ ਇਹਦੇ ਵਿੱਚ ਹੱਥਾਂ ਦੇ ਵਿੱਚ, ਹਾਂ ਨੀਲਮ ਪਾਲਿਆ, ਪੰਨਾ ਪਾਲਿਆ, ਪੁਰਖਰਾਜ ਪਾਲਿਆ, ਹਾਂ ਸ਼ਾਇਦ ਸਾਡੀ ਦੁੱਖਾ ਛੁਟਕਾਰਾ ਮਿਲ ਜੂਗਾ। ਇੰਨਾ ਕੁਝ ਨਹੀਂ ਹੋਣ ਵਾਲਾ। ਇਹ ਸਾਡੇ ਮਨ ਦੇ ਵਹਿਮ ਨੇ, ਅੰਧ ਵਿਸ਼ਵਾਸ ਹੈ। ਇਹ ਕਰਮ ਭੂਮੀ ਹੈ ਸੰਸਾਰ, ਤੁਹਾਨੂੰ ਕਰਮ ਕਰਨਾ ਹੀ ਪੈਣਾ, ਭਗਤੀ ਕਰਨੀ ਪੈਣੀ ਆ, ਤਾਂ ਹੀ ਦੁੱਖਾਂ ਛੁਟਕਾਰਾ ਮਿਲ ਸਕਦਾ। ਆਪਣੇ ਦੁੱਖਾਂ ਤੋਂ ਭੱਜੋ ਨਾ, ਆਪਣੇ ਕਰਮਾਂ ਤੋਂ ਭੱਜੋ ਨਾ। ਤੁਸੀਂ ਦੁਖੀ ਹੋ, ਇਹ ਤੁਹਾਡੇ ਆਪਣੇ ਕਰਮ ਆ। ਤੁਸੀਂ ਸੁਖੀ ਹੋ, ਇਹ ਵੀ ਤੁਹਾਡੇ ਆਪਣੇ ਕਰਮ ਆ। ਇਹ 'ਚ ਪਰਮਾਤਮਾ ਦਾ, ਗੁਰੂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਭਗਤੀ ਕਰੋਗੇ, ਸਿਮਰਨ ਕਰੋਗੇ, ਅਭਿਆਸ ਕਰੋਗੇ, ਫਿਰ ਗੁਰੂ ਤੁਹਾਡੇ ਦਖਲ ਦੇਗਾ, ਤੁਹਾਡੇ ਕਰਮਾਂ ਦਾ ਹਿਸਾਬ ਕਿਤਾਬ ਉਹ ਕਰੇਗਾ। ਇਹ ਨਹੀਂ ਕਿ ਆਪਾਂ ਨਾਮਦਾਨ ਲੈ ਲਿਆ, ਗੁਰੂ ਤੋਂ ਦੀਕਸ਼ਾ ਲੈ ਲਈ ਤਾਂ ਗੁਰੂ ਜ਼ਿੰਮੇਵਾਰੀ, ਗੁਰੂ ਆਪ ਹੀ ਸਮਝੇ ਕੀ ਕਰਨਾ ਕੀ ਨਹੀਂ ਕਰਨਾ, ਮੌਜ ਮਸਤੀ ਕਰਦੇ ਰਹੋ। ਏਦਾਂ ਕੁਝ ਨਹੀਂ ਹੋਣ ਵਾਲਾ। ਠੀਕ ਆ, ਬਾਹਰੋਂ ਦਵਾਈ ਲੈ ਕੇ ਆਏ, ਡਾਕਟਰ ਕੋਲ ਦਵਾਈ ਲੈ ਕੇ ਆਏ ਹੋ, ਖਾਓਗੇ ਤਾਂ ਹੀ ਅਸਰ ਕਰੂਗੀ, ਤਾਂ ਹੀ ਪਤਾ ਲੱਗੂ ਡਾਕਟਰ ਸਹੀ ਹੈ ਜਾਂ ਗਲਤ ਆ। ਪਰਹੇਜ਼ ਕਰੋਗੇ। ਅਸੀਂ ਡਾਕਟਰ ਕੋਲ ਦਵਾਈ ਲੈ ਆਨੇ, ਘਰੇ ਅਲਮਾਰੀ 'ਚ ਰੱਖ ਦਿੱਤੀ, ਖਾਧੀ ਹੈ ਨਹੀਂ, ਅਸੀਂ ਆਰਾਮ ਆਇਆ ਨਹੀਂ, ਡਾਕਟਰ ਨੂੰ ਬਦਨਾਮ ਕਰੀ ਜਾਂਦੇ ਕਿ ਡਾਕਟਰ ਮਾੜਾ, ਡਾਕਟਰ ਮਾੜਾ। ਡਾਕਟਰ ਨਹੀਂ ਸੀ, ਦਵਾਈ ਤਾਂ ਅਸੀਂ ਨਹੀਂ ਖਾਧੀ। ਖਾਵਾਂਗੇ ਤਾਂ ਹੀ ਪਤਾ ਲੱਗ ਦਵਾਈ ਸਹੀ ਹੈ ਗਲਤ ਆ। ਅਸੀਂ ਡਾਕਟਰ ਨੂੰ ਐਵੇਂ ਦੋਸ਼ ਦੇਈ ਜਾਂਦੇ। ਇਸੇ ਤਰ੍ਹਾਂ ਤੁਸੀਂ ਗੁਰੂ ਤੋਂ ਨਾਮ ਸ਼ਬਦ ਲਿਆਉਂਦੇ ਹੋ, ਗੁਰੂ ਤੋਂ ਦੀਕਸ਼ਾ ਲਿਆਉਂਦੇ ਹੋ, ਅੰਮ੍ਰਿਤ ਛਕਦੇ ਹੋ ਜਾਂ ਗੁਰੂ ਵਾਲੇ ਬਣਦੇ ਹੋ, ਤਾਂ ਗੁਰੂ ਦੇ ਜੋ ਹੁਕਮ ਆ ਉਹਦੀ ਪਾਲਣਾ ਕਰੋ। ਰੋਜ਼ ਪੰਜਸਿਵ ਦਾ ਅਭਿਆਸ ਕਰੋ, ਬੰਦਗੀ ਕਰੋ, ਫਿਰ ਤੁਹਾਡੀ ਗੱਲ ਬਣਨੀ ਅਸਲੀ। ਫਿਰ ਉਹ ਤੁਹਾਡੀ ਜ਼ਿੰਮੇਵਾਰੀ ਲਵੇਗਾ, ਪਰਮਾਤਮਾ ਗੁਰੂ ਲਵੇਗਾ ਕਿ ਇਹਦਾ ਸਾਥ ਤਾਂ ਮੈਂ ਕਰੂੰਗਾ। ਜੋ ਤੱਕ ਤੁਸੀਂ ਕਰਦੇ ਨਹੀਂ, ਉਹਨੇ ਵੀ ਕੁਝ ਨਹੀਂ ਕਰਨਾ। ਉਹਦਾ ਸੰਸਾਰ ਚੱਲੀ ਜਾ ਰਿਹਾ। ਲੋੜ ਸਾਨੂੰ ਆ, ਭੁੱਖ ਸਾਨੂੰ ਆ, ਉਹਦਾ ਸੰਸਾਰ ਚੱਲੀ ਜਾ ਰਿਹਾ। ਤੇ ਇਸ ਕਰਕੇ ਆਪਣੀ ਲੋੜ ਵਾਸਤੇ ਭਗਤੀ ਕਰਨੀ ਹੈ। ਇਸ ਭਗਤੀ ਦਾ ਫਾਇਦਾ ਤੁਹਾਨੂੰ ਹੀ ਆ, ਨਾ ਤੁਹਾਡੇ ਗੁਆਂਢੀਆਂ ਨੂੰ ਫਾਇਦਾ, ਨਾ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਫਾਇਦਾ। ਤੁਹਾਡੀ ਇਹ ਆਪਣੀ ਕਮਾਈ ਆ, ਤੁਹਾਡੀ ਆਪਣੀ ਪੂੰਜੀ ਜਿਹੜੀ ਤੁਹਾਡੀ ਪਰਮਾਤਮਾ ਦੇ ਨਾਲ ਜਾਣੀ ਆ, ਬਾਕੀ ਸਭ ਇੱਥੇ ਹੀ ਰਹਿ ਜਾਣੀ ਆ। ਇਸ ਕਰਕੇ ਗੁਰੂ ਦੀ ਹੁਕਮ ਦੀ ਪਾਲਣਾ ਕਰੋ, ਗੁਰੂ ਦੇ ਹੁਕਮ 'ਚ ਰਹੋ। ਜਿਸ ਤਰ੍ਹਾਂ ਉਹ ਕਹਿ ਰਿਹਾ, ਆਪਣੀ ਬੰਦਗੀ ਦਾ ਅਭਿਆਸ ਕਰੋ। ਲੋਕਾਂ ਦੇ ਵਿੱਚ ਅੱਛਾਈਆਂ ਲੱਭਣ ਦੀ ਕੋਸ਼ਿਸ਼ ਕਰੋ, ਆਪਣੇ ਅੰਦਰ ਦੀ ਬੁਰਾਈਆਂ ਦੂਰ ਕਰੋ। ਕਮੀਆਂ ਲੱਭਣੀਆਂ ਆਪਣੇ ਆਪ 'ਚ ਲੱਭਣੀਆਂ ਸ਼ੁਰੂ ਕਰੋ। ਕਿਸੇ ਨੂੰ ਦੋਸ਼ ਨਾ ਦਿਓ, ਕਿਸੇ ਦੀ ਬੁਰਾਈ ਨਹੀਂ ਲੱਭੋ। ਕੋਈ ਸਾਧੂ ਸੰਤ ਮਹਾਤਾ ਫਕੀਰ ਆਪਣੀ ਮੋਚ ਚੱਲਦਾ, ਉਹਨੂੰ ਚੱਲਣ ਦਿਓ। ਉਹਦਾ ਵਿਰੋਧ ਨਾ ਕਰੋ, ਮਾੜਾ ਚੰਗਾ ਨਾ ਬੋਲੋ। ਉਹਦੀ ਰਮਜ ਉਹੀ ਜਾਣੇ। ਜੋ ਗਲਤ ਕਰੂੰਗਾ ਉਹ ਭੋਗੂੰਗਾ, ਚੰਗਾ ਕਰੂੰਗਾ ਉਹ ਭੋਗੂੰਗਾ। ਤੁਸੀਂ ਆਪਣੇ ਕਰਮ ਨਾ ਬਣਾਓ, ਤੁਸੀਂ ਉਸ ਨੂੰ ਮਾੜਾ ਚੰਗਾ ਨਾ ਬੋਲੋ। ਇਹ ਅਨੁਭਵ ਕਰਨ ਦਾ ਮਾਰਗ ਆ। ਇਸ ਕਰਕੇ ਜੋ ਚੀਜ਼ ਤੁਸੀਂ ਕਰ ਲਿਆ, ਕਿਸੇ ਨੂੰ ਕਹਿਣ ਤੋਂ ਪਹਿਲਾਂ ਉਹ ਆਪ ਅਨੁਭਵ ਕਰੋ ਕਿ ਸਹੀ ਕੀ ਗਲਤ ਆ, ਤਾਂ ਹੀ ਤੁਹਾਨੂੰ ਪਤਾ ਲੱਗੂਗਾ। ਐਵੇਂ ਗੱਲਾਂ ਨਾ ਪਕੌੜੇ ਨਾ ਬਣਾਈ ਚਲੋ। ਇਹ ਕਰਨੀ ਦਾ ਮਾਰਗ ਆ। ਕਰੋ, ਸਿਮਰਨ ਕਰੋ, ਕਿਸੇ ਦੀ ਪਰਵਾਹ ਨਹੀਂ ਕਰਨੀ। ਹਾਥੀ ਮੰਗੋ, ਮਸਤ ਹੋ ਕੇ ਆਪਣੇ ਰਾਸਤੇ, ਪ੍ਰਭੂ ਦੇ ਰਾਸਤੇ ਚੱਲਦੇ ਰਹੋ। ਦੁਨੀਆ ਦਾ ਕੰਮ ਵਿਰੋਧ ਕਰਨਾ, ਇਹਨਾਂ ਨੇ ਕਰਦੇ ਰਹਿਣਾ। ਠੀਕ ਆ, ਤੇ ਤੁਸੀਂ ਇਹਨਾਂ ਲੋਕਾਂ ਦੀ ਪਰਵਾਹ ਨਹੀਂ ਕਰਨੀ। ਆਪੇ ਡਿਊਟੀ ਸਮਝ ਕੇ ਰੋਜ਼ ਭਜਨ ਸੇਵਾ ਦਾ ਅਭਿਆਸ ਕਰਦੇ ਰਹਿਣਾ। ਠੀਕ ਹੈ, ਗ੍ਰਹਿਸਥ ਆਸ਼ਰਮ 'ਚ ਰਹਿੰਦੇ ਹੋ ਤਾਂ 2.5-3 ਘੰਟੇ ਤੁਹਾਡੇ ਲਈ ਬਹੁਤ ਆ। ਜੇ ਜ਼ਿਆਦਾ ਸਮਾਂ ਮਿਲਦਾ ਉਹ ਵੀ ਕਰ ਸਕਦੇ ਹੋ, ਉਹ ਤੁਹਾਡੀ ਇੱਛਾ। ਜਿੰਨਾ ਗੁੜ ਪਾਓਗੇ ਓਨਾ ਮਿੱਠਾ ਹੋਣਾ। ਠੀਕ ਆ, ਉਹ ਜਿਹੜੇ ਫਕੀਰੀਆਂ ਰਸਤੇ ਚੱਲਦੇ, ਜਾਂ ਇੱਦਾਂ ਗੱਦੀਆਂ ਲਾਉਂਦੇ ਆ, ਜਾਂ ਆਪਾਂ ਗੱਦੀਆਂ ਲਾਉਂਦੇ ਆ, ਜਾਂ ਇਸ ਰਸਤੇ ਫਕੀਰੇ ਲੱਭਣ ਦੀ ਕੋਸ਼ਿਸ਼ ਕਰਦੇ ਆ, ਹਨਾ। ਪ੍ਰਭੂ ਨੂੰ ਜਿੰਨਾ ਪਿਆਰ ਕਰਾਂ, ਜੇ ਨੇੜੇ ਜਾਣ ਤੇ ਭੱਠੀ ਦੇਖੋ ਜੀ, ਭੱਠੀ ਦੇ ਨੇੜੇ ਜਿੰਨਾ ਜਾਵਾਂ ਸਾਨੂੰ ਉਨਾ ਹੀ ਸੇਕਾ ਪੈਣਾ। ਠੀਕ ਆ, ਜਦੋਂ ਅਸੀਂ ਇਸ ਰਸਤੇ ਚੱਲਦੇ ਆ ਸਾਡੇ ਇਮਤਿਹਾਨ ਵੀ ਨਾਲ ਨਾਲ ਹੋ ਜਾਣੇ। ਠੀਕ ਆ, ਜਿੰਨੇ ਅਸੀਂ ਰਸਤੇ ਜਲਦੀ ਜਾਵਾਂਗੇ ਉਨੇ ਸਾਡੇ ਜਲਦੀ ਇਮਤਿਹਾਨ ਆ ਜਾਣੇ। ਇਮਤਿਹਾਨਾਂ 'ਚ ਪਾਸ ਤੁਸੀਂ ਹੋਣਾ। ਠੀਕ ਆ, ਉਹ ਪ੍ਰਮਾਤਮਾ ਦੇਖਦਾ ਕੀ ਕਰਦਾ ਕੀ ਪਿਆ, ਗੁਰੂ ਦੇਖਦਾ ਹੁੰਦਾ। ਬਸ ਉਸ ਰਸਤੇ 'ਚ ਪਾਸ ਹੋ ਗਏ ਤਾਂ ਸਾਨੂੰ ਨਵੀਂ ਕਲਾਸ ਮਿਲ ਜਾਏਗੀ। ਠੀਕ ਆ, ਇਹ ਵੀ ਇਹਦੇ ਅਧਿਆਤਮ ਦਾ ਸਫ਼ਰ ਆ। ਇਹ ਤੇ ਇਮਤਿਹਾਨ ਹੋਣੇ। ਆਪਣੇ ਇਮਤਿਹਾਨਾਂ ਤੋਂ ਘਬਰਾਇਆ ਨਾ ਕਰੋ।
ਠੀਕ ਹੈ। ਆਪਣੀ ਮਿਹਨਤ ਕਰੋ, ਆਪਣੇ ਗੁਰੂ ਤੇ ਵਿਸ਼ਵਾਸ ਰੱਖੋ, ਗੁਰੂ ਤੇ ਭਰੋਸਾ ਰੱਖੋ, ਔਰ ਰੋਜ਼ ਭਜਨ ਸੇਵਾ ਦਾ ਅਭਿਆਸ ਕਰਦੇ ਰਹੋ। ਠੀਕ ਹੈ। ਕਿਸੇ ਨੂੰ ਕਿਸੇ ਵੱਲ ਝਾਤੀ ਨਹੀਂ ਮਾਰਨੀ, ਕਿਸੇ ਬੁਰਾਈਆਂ ਨਹੀਂ ਕਿਸੇ ਵਿੱਚ ਲੱਭਣੀਆਂ, ਬੁਰਾਈਆਂ ਆਪਣੇ ਅੰਦਰ ਲੱਭਣ ਦੀ ਕੋਸ਼ਿਸ਼ ਕਰੋ। ਠੀਕ ਹੈ। ਅੱਛਾਈਆਂ ਲੱਭਣ ਦੀ ਕੋਸ਼ਿਸ਼ ਕਰੋ। ਜੇ ਬਾਹਰ ਕੁਝ ਲੱਭਣਾ ਚਾਹੁੰਦੇ ਹੋ, ਕੋਈ ਚੰਗੀ ਚੀਜ਼ ਮਿਲਦੀ ਆ ਗ੍ਰਹਿਣ ਕਰੋ। ਜਿੱਥੇ ਦਿਲ ਕਰਦਾ ਜਾਓ, ਮੰਦਿਰ ਜਾਓ, ਗੁਰਦੁਆਰੇ ਜਾਓ, ਚਰਚ ਜਾਓ, ਤੀਰਥ ਯਾਤਰਾ ਜਾਓ, ਪਹਾੜਾਂ ਜੰਗਲਾਂ ਜਿੱਥੇ ਮਰਜ਼ੀ ਜਾਓ, ਕੋਈ ਰੋਕ ਟੋਕ ਨਹੀਂ ਹੈਗੀ। ਪਰ ਜਦੋਂ ਤੁਹਾਡਾ ਸਿਰ ਝੁਕਦਾ ਆਪਣੇ ਗੁਰੂ ਨੂੰ ਯਾਦ ਕਰੋ, ਮੁਰਸ਼ਦ ਨੂੰ ਯਾਦ ਕਰੋ ਆਪਣਾ। ਹਾਂ, ਜੇ ਕਿਤੇ ਸਤਸੰਗ ਚੱਲਦਾ, ਕੀਰਤਨ ਚੱਲਦਾ, ਉੱਥੇ ਜਾਓ। ਜਿੱਥੇ ਪ੍ਰਭੂ ਦਾ ਗੁਣਗਾਨ ਆਉਂਦਾ ਉੱਥੇ ਜਾਓ। ਜਿੱਥੇ ਚੰਗੀ ਗੱਲ ਮਿਲੀ ਚੰਗੀ ਗੱਲ ਗ੍ਰਹਿਣ ਕਰੋ, ਬਾਕੀ ਛੱਡ ਦਿਓ। ਜਿੱਥੇ ਮਰਜ਼ੀ ਚਲੇ, ਅੱਛੀ ਗੱਲ ਮਿਲਦੀ ਆ ਉਹਨੂੰ ਆਪਣੇ ਪੱਲੇ ਬੰਨ ਲਓ, ਉਹਨੂੰ ਗ੍ਰਹਿਣ ਕਰੋ, ਬਾਕੀ ਮਾੜੀ ਚੀਜ਼ ਛੱਡ ਦਿਓ। ਪਰ ਅਸੀਂ ਲੋਕ ਅੱਛੀਆਂ ਚੀਜ਼ਾਂ ਨਹੀਂ ਇਕੱਠੇ ਕਰਦੇ, ਮਾੜੀ ਚੀਜ਼ਾਂ ਨੂੰ ਇਕੱਠੇ ਕਰੀ ਜਾ ਰਹੇ। ਉਹਨੇ ਕਿਉਂ ਕਹਿਤਾ, ਉਹਨੇ ਇਦਾਂ ਕਿਉਂ ਕਰਤਾ, ਉਹਨੇ ਇਹ ਕੱਪੜੇ ਕਿਉਂ ਪਾਇਆ, ਉਹਨੇ ਘੁੰਗਰੂ ਕਿਉਂ ਪਾਇਆ, ਉਹਨੇ ਇਦਾਂ ਕਿਉਂ ਕੀਤਾ ਹੈ। ਇਹੀ ਚੀਜ਼ਾਂ 'ਚ ਫਸੇ ਹੋਏ ਆ। ਆਪਣੇ ਅੰਦਰ ਲੱਭਣ ਦੀ ਕੋਸ਼ਿਸ਼ ਕਰੋ, ਆਪ ਪ੍ਰੈਕਟੀਕਲ ਕਰਕੇ ਦੇਖੋ, ਫਿਰ ਤੁਹਾਨੂੰ ਸੱਚ-ਝੂਠ ਦੀ ਪਹਿਚਾਣ ਹੋਵੇਗੀ। ਠੀਕ ਹੈ। ਸੰਸਾਰ ਹੈ, ਇਹ ਦੁੱਖਾਂ ਦਾ ਘਰ ਹੈਗਾ, ਇਹ ਸੁੱਖ ਨਹੀਂ ਹੈਗਾ। ਸੁੱਖ ਸਰਵ ਹੈਗਾ ਪਰਮਾਤਮਾ ਦੇ ਨਾਮ ਵਿੱਚ। ਤੇ ਇਸ ਕਰਕੇ ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸੇਵਾ ਦਾ ਅਭਿਆਸ ਕਰਦੇ ਰਹੋ। ਇਹ ਸਰੀਰ ਸਦਾ ਨਹੀਂ ਰਹਿਣਾ। ਇਹ ਸਰੀਰ ਸਾਨੂੰ ਕਿਰਾਏ ਦਾ ਸਰੀਰ ਆ, ਪਤਾ ਨਹੀਂ ਕਦੋਂ ਉਹਨੇ ਖਾਲੀ ਕਰਵਾ ਲੈਣਾ। ਇਸ ਕਰਕੇ ਆਪਣੀ ਨਾਮ ਸਿਮਰਨ ਦੀ ਕਮਾਈ ਜ਼ਰੂਰ ਇਕੱਠੀ ਕਰਦੇ ਰਹੋ। ਇਹ ਤੁਹਾਡੀ ਆਪਣੀ ਕਮਾਈ ਆ, ਤੁਹਾਨੂੰ ਪਰਮਾਤਮਾ ਦੇ ਘਰ ਲੈ ਕੇ ਜਾਵੇਗੀ, ਉਹ ਤੁਹਾਡਾ ਜੀਵਨ ਸਫਲ ਹੋਵੇਗਾ। ਠੀਕ ਆ। ਇਸ ਕਰਕੇ ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸੇਵਾ ਦਾ ਅਭਿਆਸ ਕਰੋ। ਸਾਰਿਆਂ ਨਾਲ ਪ੍ਰੇਮ ਕਰੋ। ਨਸ਼ੇ ਨਹੀਂ ਕਰਨੇ, ਮੀਟ ਸ਼ਰਾਬ ਨਹੀਂ ਕਿਸੇ ਨੇ ਖਾਣਾ ਪੀਣਾ। ਠੀਕ ਹੈ। ਮਾਸ ਨਹੀਂ ਖਾਣਾ ਕਿਸੇ ਨੇ, ਸ਼ਰਾਬ ਨਹੀਂ ਪੀਣੀ ਕਿਸੇ ਨੇ, ਨਸ਼ੇ ਨਹੀਂ ਕਰਨੇ ਕਿਸੇ ਨੇ। ਠੀਕ ਹੈ। ਸਾਦਾ ਜੀਵਨ ਜੀਣਾ ਆ, ਸ਼ਾਕਾਹਾਰੀ ਬਣ ਕੇ ਰਹਿਣਾ, ਵੈਜੀਟੇਰੀਅਨ ਬਣ ਕੇ ਰਹਿਣਾ। ਠੀਕ ਹੈ। ਫਲ ਫੁੱਲ ਸਬਜ਼ੀਆਂ ਖਾਓ, ਤੁਹਾਡੇ ਖਾਣ ਨੂੰ ਆ। ਇਹ ਸ਼ਰੀਰ ਹਰੀ ਦਾ ਮੰਦਿਰ ਹੈ, ਇਹਨੂੰ ਸਾਫ਼ ਸੁਥਰਾ ਰੱਖੋ, ਗੰਦਾ ਨਾ ਕਰੋ। ਠੀਕ ਹੈ। ਪ੍ਰਮਾਤਮਾ ਜਿਹਨੂੰ ਵੀ ਮਿਲਿਆ ਅੰਤਰ ਵਿੱਚ ਮਿਲਿਆ, ਬਾਹਰ ਕਿਸੇ ਨੂੰ ਨਹੀਂ ਮਿਲਿਆ। ਠੀਕ ਹੈ। ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸੇਵਾ ਦਾ ਅਭਿਆਸ ਕਰਦੇ ਰਹੋ। ਠੀਕ ਹੈ। ਇਹ ਸਰੀਰ ਨੂੰ ਗੰਦਾ ਨਹੀਂ ਕਰਨਾ, ਇਹਨੂੰ ਸਾਫ਼ ਸੁਥਰਾ ਰੱਖੋ। ਠੀਕ ਹੈ। ਇਹਨੂੰ ਗੰਦਾ ਨਾ ਕਰੋ। ਬਾਰ-ਬਾਰ ਇੱਕੋ ਗੱਲ। ਠੀਕ ਹੈ। ਕੋਈ ਦਾਸ ਕੋ ਬੋਲਣ 'ਚ ਗਲਤੀ ਹੋਵੇ ਤੇ ਦਾਸ ਨੂੰ ਮਾਫ ਕਰ ਦੇਣਾ। ਅੱਛੀਆਂ ਗੱਲਾਂ ਲੱਗੀਆਂ ਤਾਂ ਉਹਨੂੰ ਗ੍ਰਹਿਣ ਕਰਕੇ ਆਪਣਾ ਜੀਵਨ ਉੱਦਾਂ ਦੀ ਬਣਾਉਣ ਦੀ ਕੋਸ਼ਿਸ਼ ਕਰਨੀ ਹੈ। ਠੀਕ ਹੈ। ਦਾਸ ਨੂੰ ਯਾਦ ਦਿਓ। ਜੈ ਲਖ ਦਾਤਾ ਪੀਰ ਦੀ, ਮੌਜ ਫਕੀਰ ਦੀ।